ਭਾਈ ਭੂਮੀਆ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਯਾਤਰਾ ਕਰਦੇ ਜ਼ਿਲ੍ਹਾ ਜੈਸੋਰ ਵਿੱਚ ਪਹੁੰਚੇ। ਉੱਥੇ ਇੱਕ ਬਹੁਤ ਵੱਡਾ ਜ਼ਮੀਂਦਾਰ ਸੀ ਜਿਹਨੂੰ ਲੋਕ ਪਿਆਰ ਵੱਲੋਂ ਭੂਮੀਆ ਜੀ ਅਰਥਾਤ ਭੂਮੀ ਦਾ ਸਵਾਮੀ ਕਹਿੰਦੇ ਸਨ। ਵਾਸਤਵ ਵਿੱਚ ਉਹ ਇੱਕ ਵਿਸ਼ਾਲ ਹਿਰਦਾ ਦਾ ਸਵਾਮੀ ਸੀ। ਉਹ ਦੀਨ ਦੁਖੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਸੀ। ਉਸ ਵਿਅਕਤੀ ਨੇ ਆਪਣੇ ਇੱਥੇ ਵਿਅਕਤੀ ਸਧਾਰਨ ਲਈ ਲੰਗਰ ਭੰਡਾਰਾ ਚਲਾ ਰੱਖਿਆ ਸੀ ਕਿ ਕੋਈ ਵੀ ਉਸ ਖੇਤਰ ਵਿੱਚ ਭੁੱਖਾ ਨਹੀਂ ਸੋਏਗਾ ਅਤੇ ਸਾਰੇ ਜ਼ਰੂਰਤਮੰਦ ਲੋਕ ਬਿਨਾਂ ਕਿਸੇ ਭੇਦ ਭਾਵ ਅਨਾਜ ਵਸਤਰ ਕਬੂਲ ਕਰ ਸਕਦੇ ਸਨ। ਆਲੇ ਦੁਆਲੇ ਦੇ ਖੇਤਰਾਂ ਵਿੱਚ ਇਸ ਦੀ ਬਹੁਤ ਪ੍ਰਸਿੱਧੀ ਸੀ। ਗੁਰੂਦੇਵ ਜਦੋਂ ਉਸ ਕਸਬੇ ਵਿੱਚ ਪਹੁੰਚੇ ਤਾਂ ਉਸ ਦੇ ਕੰਨਾਂ ਵਿੱਚ ਵੀ ਗੁਰੂਦੇਵ ਦੇ ਪ੍ਰਵਚਨਾਂ ਦੀ ਵਡਿਆਈ ਪਹੁੰਚੀ। ਉਹ ਤੁਰੰਤ ਹੀ ਗੁਰੂਦੇਵ ਦੀ ਮੰਡਲੀ ਵਿੱਚ ਜਾ ਪੜਿਆ ਅਤੇ ਵਿਨਤੀ ਕਰਨ ਲੱਗਾ, ਤੁਸੀਂ ਮੇਰੇ ਘਰ ਵਿੱਚ ਵੀ ਪਧਾਰੋ। ਮੈਂ ਤੁਹਾਡੀ ਸੇਵਾ ਦਾ ਸੁਭਾਗ ਪ੍ਰਾਪਤ ਕਰਨਾ ਚਾਹੁੰਦਾ ਹਾਂ। ਭੂਮੀਆ ਦੇ ਆਗ੍ਰਹ ਨੂੰ ਵੇਖਦੇ ਹੋਏ ਗੁਰੂਦੇਵ ਨੇ ਪ੍ਰਸ਼ਨ ਕੀਤਾ, ਉਹ ਕੀ ਕਾਰਜ ਕਰਦਾ ਹੈ ਅਤੇ ਉਸ ਦੀ ਕਮਾਈ ਦਾ ਕੀ ਸਾਧਨ ਹੈ ਜਿਸ ਵੱਲੋਂ ਉਹ ਲੰਗਰ ਚਲਾ ਰਿਹਾ ਹੈ। ਇਸ ਪ੍ਰਸ਼ਨ ਨੂੰ ਸੁਣ ਕੇ ਭੂਮੀਆ ਸੰਕੋਚ ਵਿੱਚ ਪੈ ਗਿਆ ਕਿਉਂਕਿ ਲੰਗਰ ਦੇ ਵਿਸ਼ਾਲ ਖਰਚ ਦੇ ਕਾਰਨ ਉਹ ਲੋੜ ਪੈਣ ਉੱਤੇ ਕਦੇ-ਕਦਾਰ ਡਾਕਾ ਪਾਇਆ ਕਰਦਾ ਸੀ। ਜਵਾਬ ਨਹੀਂ ਮਿਲਣ ਦੇ ਕਾਰਨ ਗੁਰੂਦੇਵ ਨੇ ਕਿਹਾ, ਅਸੀਂ ਤੁਹਾਡੇ ਇੱਥੇ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਠੀਕ ਪਰਿਸ਼ਰਮ ਕਰਕੇ ਕਮਾਈ ਨਹੀਂ ਜੁਟਾਉਂਦੇ। ਇਹ ਸੁਣ ਕੇ ਭੂਮੀਆ ਬਹੁਤ ਨਿਰਾਸ਼ ਹੋਇਆ ਅਤੇ ਉਸਨੇ ਗੁਰੂਦੇਵ ਦੇ ਚਰਨ ਫੜ ਲਏ ਅਤੇ ਕਹਿਣ ਲੱਗਾ, ਹੇ ਗੁਰੂਦੇਵ, ਮੈਂ ਤੁਹਾਡੀ ਹਰ ਇੱਕ ਆਗਿਆ ਦਾ ਪਾਲਣ ਕਰਾਂਗਾ, ਬਸ ਇੱਕ ਵਾਰ ਮੇਰੇ ਘਰ ਉੱਤੇ ਭੋਜਨ ਕਬੂਲ ਕਰੋ। ਇਸ ਉੱਤੇ ਗੁਰੂਦੇਵ ਨੇ ਕਿਹਾ, ਸੋਚ ਲਓ, ਵਚਨ ਮੰਨਣਾ ਬਹੁਤ ਔਖਾ ਕਾਰਜ ਹੈ। ਭੂਮੀਆ ਨੇ ਭਰੋਸਾ ਦਿੱਤਾ, ਤੁਸੀਂ ਆਗਿਆ ਤਾਂ ਕਰੋ। ਤਦ ਗੁਰੂਦੇਵ ਨੇ ਕਿਹਾ, ਭ੍ਰਿਸ਼ਟਾਚਾਰ ਵੱਲੋਂ ਅਰਜਿਤ ਪੈਸਾ ਤਿਆਗ ਦਿਓ। ਇਹ ਵਚਨ ਸੁਣ ਕੇ ਭੂਮੀਆ ਚੌਂਕ ਕੇ ਕਹਿਣ ਲੱਗਾ, ਗੁਰੂਦੇਵ ਜੀ, ਇੰਨੀ ਔਖੀ ਪ੍ਰੀਖਿਆ ਵਿੱਚ ਨਾ ਪਾਓ, ਇਸ ਦੇ ਇਲਾਵਾ ਕੋਈ ਵੀ ਵਚਨ ਮੈਨੂੰ ਕਹੋਗੇ ਮੈਂ ਮੰਨ ਲਵਾਂਗਾ। ਗੁਰੂਦੇਵ ਨੇ ਉਸ ਦੀ ਕਠਿਨਾਈ ਨੂੰ ਸਮਝਿਆ ਅਤੇ ਕਿਹਾ ਕਿ ਠੀਕ ਹੈ, ਜੇਕਰ ਤੁਸੀਂ ਸਾਡਾ ਪਹਿਲਾ ਵਚਨ ਨਹੀਂ ਮੰਨਣਾ ਚਾਹੁੰਦੇ ਹੋ ਕੋਈ ਗੱਲ ਨਹੀਂ, ਪਰ ਉਸ ਇੱਕ ਦੇ ਸਥਾਨ ਉੱਤੇ ਹੁਣ 3 ਵਚਨਾਂ ਦਾ ਪਾਲਣ ਕਰਨਾ ਹੋਵੇਗਾ। ਭੂਮੀਆ ਸਹਿਮਤ ਹੋ ਗਿਆ। ਗੁਰੂਦੇਵ ਨੇ ਕਿਹਾ, ਸਾਡਾ ਪਹਿਲਾ ਵਚਨ ਹੈ ਕਿ ਤੂੰ ਝੂਠ ਨਹੀਂ ਬੋਲੂੰਗਾ। ਭੂਮੀਆ ਨੇ ਕਿਹਾ, 7 ਵਚਨ ਜੀ, ਅਜਿਹਾ ਹੀ ਹੋਵੇਗਾ। ਤਦ ਗੁਰੂਦੇਵ ਨੇ ਕਿਹਾ, ਦੂਜਾ ਵਚਨ ਹੈ ਗਰੀਬਾਂ ਦਾ ਸ਼ੋਸ਼ਣ ਨਹੀਂ ਕਰੂੰਗਾ, ਨਾ ਹੀ ਹੁੰਦੇ ਦੇਖੂੰਗਾ। ਤੀਸਰਾ ਵਚਨ ਹੈ ਜਿਸ ਦਾ ਲੂਣ ਖਾਣਾ, ਉਸ ਦੇ ਨਾਲ ਦਗਾ ਨਹੀਂ ਕਰਨਾ। ਭੂਮੀਆ ਨੇ ਇਹ ਤਿੰਨੋਂ ਵਚਨ ਖੁਸ਼ੀ ਨਾਲ ਪਾਲਣ ਕਰਨੇ ਸਵੀਕਾਰ ਕਰ ਲਏ। ਗੁਰੂਦੇਵ ਨੇ ਫਿਰ ਕਿਹਾ, ਪਰ ਹੁਣੇ ਜੋ ਭੋਜਨ ਸਾਨੂੰ ਕਰਾਉਂਗੇ ਉਹ ਪੈਸਾ ਤੂੰ ਪਰਿਸ਼ਰਮ ਕਰਕੇ ਕਮਾ ਕੇ ਲਿਆਓਗੇ। ਭੂਮੀਆ ਨੇ ਇਸ ਗੱਲ ਲਈ ਵੀ ਮਨਜ਼ੂਰੀ ਦੇ ਦਿੱਤੀ ਅਤੇ ਆਪ ਜੰਗਲ ਵਿੱਚ ਜਾ ਕੇ ਉੱਥੇ ਵੱਲੋਂ ਬਾਲਣ ਦੇ ਲਾਇਕ ਲੱਕੜੀਆਂ ਦਾ ਗੱਠੜਾ ਲਿਆ ਕੇ ਬਾਜ਼ਾਰ ਵਿੱਚ ਵੇਚਿਆ। ਉਸ ਦੇ ਮਿਲੇ ਦਾਮ ਵੱਲੋਂ ਰਸਦ ਲਿਆ ਕੇ ਭੋਜਨ ਤਿਆਰ ਕਰਕੇ ਗੁਰੂਦੇਵ ਨੂੰ ਸੇਵਨ ਕਰਾਇਆ। ਗੁਰੂਦੇਵ ਸੰਤੁਸ਼ਟ ਹੋਏ ਅਤੇ ਅਸ਼ੀਰਵਾਦ ਦਿੱਤਾ, ਤੁਹਾਡਾ ਕਲਿਆਣ ਜ਼ਰੂਰ ਹੋਵੇਗਾ। ਗੁਰੂਦੇਵ ਦੇ ਜਾਣ ਦੇ ਕੁਝ ਦਿਨ ਬਾਅਦ ਭੂਮੀਆ ਨੂੰ ਲੰਗਰ ਚਲਾਉਣ ਲਈ ਪੈਸਿਆਂ ਦੀ ਲੋੜ ਪਈ ਤਾਂ ਉਹ ਸੋਚਣ ਲੱਗਾ ਕਿ ਹੁਣ ਪੈਸਾ ਕਿੱਥੋਂ ਪ੍ਰਾਪਤ ਕੀਤਾ ਜਾਓ, ਗਰੀਬਾਂ ਦਾ ਸ਼ੋਸ਼ਣ ਤਾਂ ਕਰਨਾ ਨਹੀਂ ਹੈ। ਅਤੇ ਉਸਨੇ ਸਥਾਨੀय ਰਾਜਾ ਮਹਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾਈ। ਇੱਕ ਰਾਤ ਰਾਜਕੁਮਾਰਾਂ ਵਰਗੀ ਵੇਸ਼ਭੂਸ਼ਾ ਧਾਰਨ ਕਰਕੇ ਸੁੰਦਰ ਘੋੜੇ ਉੱਤੇ ਸਵਾਰ ਹੋ ਕੇ ਰਾਜ ਮਹਲ ਵਿੱਚ ਪਹੁੰਚ ਗਿਆ। ਉੱਥੇ ਉਸਨੂੰ ਚੌਕੀਦਾਰ ਨੇ ਲਲਕਾਰਿਆ, ਕੌਣ ਹੈ? ਇਸ ਲਲਕਾਰ ਨੂੰ ਸੁਣ ਕੇ ਭੂਮੀਆ ਨੇ ਸੋਚਿਆ, ਝੂਠ ਨਹੀਂ ਬੋਲਣਾ, ਤੁਰੰਤ ਜਵਾਬ ਦਿੱਤਾ, ਮੈਂ ਚੋਰ ਹਾਂ। ਉਸਦਾ ਇਹ ਉਲਟਾ ਜਵਾਬ ਸੁਣ ਕੇ ਚੌਕੀਦਾਰ ਭੈਭੀਤ ਹੋ ਗਿਆ ਅਤੇ ਸੋਚਿਆ ਕੋਈ ਮਾਣਯੋਗ ਵਿਅਕਤੀ ਹੋਵੇਗਾ ਅਤੇ ਉਸਦੀ ਰੁੱਖੀ ਭਾਸ਼ਾ ਵੱਲੋਂ ਨਾਰਾਜ਼ ਹੋ ਗਿਆ ਹੈ। ਅਤੇ ਚੌਕੀਦਾਰ ਨੇ ਕਿਹਾ, ਸੱਜਣ ਵਿਅਕਤੀ, ਮਾਫ਼ ਕਰੋ, ਤੁਸੀਂ ਅੰਦਰ ਜਾ ਸਕਦੇ ਹੋ। ਭੂਮੀਆ ਜੀ ਨੇ ਅੰਦਰ ਜਾ ਕੇ ਖਜ਼ਾਨੇ ਅਤੇ ਭੰਡਾਰਾਂ ਦੇ ਤਾਲੇ ਤੋੜ ਕੇ ਗਹਿਣਿਆਂ ਦੀ ਭਾਰੀ ਗਠੜੀ ਬੰਨੀ। ਜਦੋਂ ਚੱਲਣ ਲੱਗਾ ਤਾਂ ਮਨ ਵਿੱਚ ਆਇਆ, ਕੁਝ ਖਾ ਲਿਆ ਜਾਵੇ ਅਤੇ ਰਸੋਈ ਘਰ ਵਿੱਚ ਉੱਥੇ ਤੁਦਲੇ ਪ੍ਰਕਾਸ਼ ਵਿੱਚ ਇੱਕ ਤਸ਼ਤਰੀ ਵਿੱਚ ਰੱਖੇ ਪਦਾਰਥ ਨੂੰ ਖਾਦਾ ਜੋ ਕਿ ਨਮਕੀਨ ਸੀ। ਜਿਵੇਂ ਹੀ ਉਸਨੇ ਪਦਾਰਥ ਸੇਵਨ ਕੀਤਾ, ਉਂਝ ਹੀ ਉੱਥੇ ਹੀ ਗੁਰੂਦੇਵ ਨੂੰ ਦਿੱਤੇ ਬਚਨ ਦੀ ਉਸਨੂੰ ਯਾਦ ਹੋ ਆਈ ਕਿ ਲੂਣ ਹਰਾਮੀ ਨਹੀਂ ਬਣਨਾ। ਬਸ ਫਿਰ ਕਿਸੇ ਸਾਰੇ ਅਮੁੱਲ ਪਦਾਰਥ ਉੱਥੇ ਹੀ ਛੱਡ ਕੇ ਵਾਪਸ ਘਰ ਨੂੰ ਚਲਾ ਆਇਆ। ਦੂਜੇ ਦਿਨ ਜਦੋਂ ਸਵੇਰੇ ਰਾਜਕਰਮਚਾਰੀਆਂ ਨੇ ਚੋਰੀ ਦੀ ਸੂਚਨਾ ਦਿੱਤੀ ਤਾਂ ਰਾਜਾ ਨੇ ਜਾਂਚ ਕਰਵਾਈ, ਪਰ ਉੱਥੇ ਤਾਂ ਕੁਝ ਵੀ ਚੋਰੀ ਨਹੀਂ ਹੋਇਆ ਸੀ। ਰਾਜਾ ਨੂੰ ਹੈਰਾਨੀ ਹੋਈ ਕਿ ਕੌਣ ਵਿਅਕਤੀ ਹੋ ਸਕਦਾ ਹੈ ਜੋ ਅਜਿਹੀ ਜਗ੍ਹਾ ਚੋਰੀ ਕਰਨ ਦਾ ਦੁঃਸਾਹਸ ਕਰ ਸਕਦਾ ਹੈ। ਢੂੰਢੋ ਉਸ ਨੂੰ। ਸਿਪਾਹੀਆਂ ਨੇ ਸ਼ੱਕ ਦੇ ਆਧਾਰ ਉੱਤੇ ਕਈ ਨਿਰਦੋਸ਼ ਵਿਅਕਤੀਆਂ ਨੂੰ ਦੰਡਿਤ ਕਰਨਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਗੱਲ ਦੀ ਜਾਣਕਾਰੀ ਭੂਮੀਆ ਜੀ ਨੂੰ ਮਿਲੀ ਤਾਂ ਉਹਨਾਂ ਕੋਲ ਨਹੀਂ ਰਿਹਾ ਗਿਆ। ਉਹ ਸੋਚਣ ਲੱਗਾ ਕਿ ਗੁਰੂ ਜੀ ਨੂੰ ਵਚਨ ਦਿੱਤਾ ਹੈ ਕਿ ਗਰੀਬਾਂ ਦਾ ਸ਼ੋਸ਼ਣ ਨਹੀਂ ਹੋਣ ਦੇਵਾਂਗਾ ਅਤੇ ਉਸ ਦੇ ਬਦਲੇ ਵਿੱਚ ਕੋਈ ਗਰੀਬ ਬਿਨਾਂ ਕਾਰਨ ਕਿਉਂ ਦੰਡ ਪਾਏ। ਉਸ ਤੋਂ ਉਹ ਬੇਇਨਸਾਫੀ ਸਹਿਨ ਨਹੀਂ ਹੋ ਪਾਵੇਗੀ, ਇਸ ਲਈ ਉਸ ਨੂੰ ਆਪਣਾ ਦੋਸ਼ ਸਵੀਕਾਰ ਕਰਨ ਲਈ ਰਾਜੇ ਦੇ ਕੋਲ ਮੌਜੂਦ ਹੋਣਾ ਚਾਹੀਦਾ ਹੈ। ਉਸਨੇ ਅਜਿਹਾ ਹੀ ਕੀਤਾ, ਪਰ ਰਾਜਾ ਉਸ ਦੇ ਸੱਚ ਉੱਤੇ ਵਿਸ਼ਵਾਸ ਹੀ ਨਹੀਂ ਕਰ ਪਾ ਰਿਹਾ ਸੀ ਕਿ ਭੂਮੀਆ ਜੀ ਚੋਰ ਹੋ ਸਕਦਾ ਹੈ।
ਰਾਜਾ ਦਾ ਕਹਿਣਾ ਸੀ ਕਿ ਉਹ ਬਹੁਤ ਦਇਆਵਾਨ ਹੈ ਅਤੇ ਗਰੀਬਾਂ ਦੇ ਕਸ਼ਟ ਵੇਖ ਨਹੀਂ ਪਾਇਆ, ਜੋ ਉਹਨਾਂ ਨੂੰ ਆਜ਼ਾਦ ਕਰਵਾਉਣ ਲਈ ਸਹਾਨੂਭੂਤੀ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਤਦ ਭੂਮੀਆਨ ਨੇ ਗਵਾਹ ਦੇ ਰੂਪ ਵਿੱਚ ਚੌਕੀਦਾਰ ਨੂੰ ਪੇਸ਼ ਕੀਤਾ, ਜਿਸ ਦੇ ਨਾਲ ਰਾਜਾ ਦੀ ਸ਼ੰਕਾ ਮਿਟ ਗਈ ਅਤੇ ਸਾਰੇ ਨਿਰਦੋਸ਼ ਲੋਕਾਂ ਨੂੰ ਆਜ਼ਾਦ ਕਰ ਦਿੱਤਾ ਗਿਆ। ਪਰ ਹੁਣ ਰਾਜਾ ਵੀ ਭੂਮੀਆਨ ਦੇ ਜੀਵਨ ਵੱਲੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਲਈ ਇੱਕ ਧਰਮਸ਼ਾਲਾ ਬਣਵਾ ਦਿੱਤੀ, ਜਿਸ ਵਿੱਚ ਨਿਤ ਸਤਸੰਗ ਹੋਣ ਲਗਾ। ਰਾਜਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪਰਮ ਭਗਤ ਬਣ ਗਿਆ। ਉਸਦੇ ਇੱਥੇ ਔਲਾਦ ਨਹੀਂ ਸੀ। ਉਸਦੇ ਇਸ ਦੁੱਖ ਨੂੰ ਵੇਖਦੇ ਹੋਏ ਸਤਸੰਗ ਵਿੱਚ ਇੱਕ ਦਿਨ ਵਿਚਾਰ ਹੋਇਆ ਕਿ ਰਾਜਾ ਲਈ ਗੁਰੂ ਚਰਨਾਂ ਵਿੱਚ ਔਲਾਦ ਦੀ ਕਾਮਨਾ ਕੀਤੀ ਜਾਵੇ। ਅਤੇ ਕੁੱਲ ਸੰਗਤ ਨੇ ਇੱਕ ਦਿਨ ਮਿਲ ਕੇ ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ ਕਿ हे ਭਗਵਾਨ, ਤੁਸੀਂ ਕਿਰਪਾ ਕਰੋ, ਸਾਡੇ ਰਾਜੇ ਦੇ ਇੱਥੇ ਇੱਕ ਪੁੱਤ ਦਾ ਦਾਨ ਦੇ ਕੇ ਉਸ ਨੂੰ ਕ੍ਰਿਤਾਰਥ ਕਰੋ। ਅਰਦਾਸ ਸਵੀਕਾਰ ਹੋਈ, ਪਰ ਰਾਜੇ ਦੇ ਇੱਥੇ ਪੁੱਤ ਦੇ ਸਥਾਨ ਉੱਤੇ ਪੁੱਤਰੀ ਨੇ ਜਨਮ ਲਿਆ। ਰਾਜਾ ਨੇ ਨਵਜਾਤ ਬੱਚੇ ਨੂੰ ਮੁੰਡਿਆਂ ਦੀ ਤਰ੍ਹਾਂ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸ ਦਾ ਵਿਸ਼ਵਾਸ ਸੀ ਕਿ ਸੰਗਤ ਨੇ ਮੇਰੇ ਲਈ ਪੁੱਤ ਦੀ ਕਾਮਨਾ ਕੀਤੀ ਸੀ ਅਤੇ ਇਹ ਬਾਲਕ ਪੁੱਤ ਹੀ ਹੈ, ਪੁੱਤਰੀ ਨਹੀਂ। ਸਮਾਂ ਬਤੀਤ ਹੋਣ ਲਗਾ। ਬਾਲਕ ਦੇ ਜਵਾਨ ਹੋਣ ਉੱਤੇ ਉਸ ਦਾ ਰਿਸ਼ਤਾ ਇੱਕ ਕੁੜੀ ਦੇ ਨਾਲ ਤੈਅ ਕਰ ਦਿੱਤਾ ਗਿਆ। ਜਦੋਂ ਰਾਜਾ ਬਰਾਤ ਲੈ ਕੇ ਆਪਣੇ ਕੁੜਮ ਦੇ ਇੱਥੇ ਜਾ ਰਿਹਾ ਸੀ ਤਾਂ ਰਸਤੇ ਦੇ ਜੰਗਲ ਵਿੱਚ ਇੱਕ ਹਿਰਨ ਵਿਖਾਈ ਦਿੱਤਾ, ਜਿਸ ਦਾ ਸ਼ਿਕਾਰ ਕਰਨ ਲਈ ਰਾਜਕੁਮਾਰ ਦੁਲਹੇ ਨੇ, ਜੋ ਕਿ ਵਾਸਤਵ ਵਿੱਚ ਕੁੜੀ ਸੀ, ਨੇ ਪਿੱਛਾ ਕੀਤਾ, ਜਿਸ ਕਾਰਨ ਉਹ ਬਾਰਾਤੀਆਂ ਵੱਲੋਂ ਵਿਛੜ ਗਿਆ। ਦੁਲਹੇ ਨੂੰ ਭਟਕਦੇ ਹੋਏ ਕੁਝ ਸਾਧ ਭਜਨ ਕਰਦੇ ਵਿਖਾਈ ਦਿੱਤੇ। ਉਹ ਉਹਨਾਂ ਦੇ ਕੋਲ ਰਸਤਾ ਪੁੱਛਣ ਪੜਿਆ ਅਤੇ ਸਿਰ ਝੁਕਾ ਕੇ ਪ੍ਰਣਾਮ ਕੀਤਾ। ਸਾਧ ਨੇ ਕਿਹਾ, ਆਓ ਪੁੱਤਰ। ਬਸ ਫਿਰ ਕਿਸੀ ਦੁਲਹੇ ਦਾ ਕਾਇਆ ਕਲਪ ਹੋ ਕੇ ਉਹ ਨਾਰੀ ਵੱਲੋਂ ਨਰ ਪੁਰਖ ਰੂਪ ਹੋ ਕੇ ਅਸਲੀ ਦੁਲਹਾ ਬਣ ਗਿਆ। ਜਦੋਂ ਬਰਾਤ ਦਾ ਸਵਾਗਤ ਹੋ ਰਿਹਾ ਸੀ ਤਾਂ ਕਿਸੇ ਨਿੰਦਕ ਖੋਰ ਨੇ ਵਧੂ ਪੱਖ ਨੂੰ ਸੂਚਿਤ ਕੀਤਾ ਕਿ ਵਰਤਾ ਪੁਰਖ ਨਹੀਂ, ਨਾਰੀ ਹੈ। ਇਸ ਉੱਤੇ ਵਧੂ ਪੱਖ ਵਾਲਿਆਂ ਨੇ ਦੁਲਹੇ ਦੀ ਪਰੀਖਿਆ ਲੈਣ ਲਈ ਇੱਕ ਯੋਜਨਾ ਬਣਾਈ। ਉਹਨਾਂ ਨੇ ਕਿਹਾ, ਅਸੀਂ ਫੇਰੇ ਹੋਣ ਵੱਲੋਂ ਪਹਿਲਾਂ ਦੁਲਹੇ ਨੂੰ ਆਪਣੇ ਇੱਥੇ ਇਸ਼ਨਾਨ ਕਰਵਾਉਣਾ ਚਾਹੁੰਦੇ ਹਾਂ, ਕਿਉਂਕਿ ਇਹ ਸਾਡੀ ਪ੍ਰਥਾ ਹੈ। ਜਦੋਂ ਇਸ਼ਨਾਨ ਕਰਾਇਆ ਗਿਆ ਤਾਂ ਉੱਥੇ ਤਾਂ ਨਾਰੀ ਵੱਲੋਂ ਨਰ ਰੂਪ ਕਾਇਆ ਕਲਪ ਹੋ ਚੁੱਕਿਆ ਸੀ।